मॉर्निंग स्टूडेंट्स। अज आप डिस्कस करांगे कॉन्सैप्ट ऑफ क्रिटिकल पैडागोगी ਜਾਂ आलोचनात्मक सिक्ख्या का संकल्प। पॉइंट फस्ट, आलोचनात्मक सिक्ख्या का संकल्प पॉल फैरे द्वारा दिता गया। इन्हों ने बुक लिखी सी पॉल फैरे ने, जिसका नाम सी पैडागोगी ऑफ ओप्रैस्ड। तो तुहानूं क्वेश्चन आ सकता 1 मार्क्स दे विच कि आलोचनात्मक सिक्ख्या का संकल्प किसने दिता। तो तुसीं आंसर करना आलोचनात्मक सिक्ख्या का संकल्प पॉल फैरे द्वारा दिता गया। तो सैकेंड पॉइंट आ, ये जिहड़ा पॉल फैरे सी वो ये मनदा सी कि जिहड़ा ज्ञान हुंदा वो लोकतंत्र तो दूर नहीं हुंदा। जिहड़ा ज्ञान आ कोई भी वो लोकतंत्र दे नाल जुड़िया होया हुंदा। जिवें जिहड़े लोकतंत्र दे मुद्दे आ, समाज दे मुद्दे आ, वो सारे सिक्ख्या दे नाल ही संबंधित हुंदे आ। तां ज्ञान जिहड़ा हुंदा वो लोकतंत्र तो दूर नहीं हुंदा। वो मानदा सी कि जिहड़े समाजिक मुद्दे ते लोकतंत्र मुद्दे वो सिक्ख्या नाल जुड़े होए हुंदे आ। थर्ड पॉइंट आ, वो विद्यार्थियों नूं ये सिखाउंदा कि बदलते हुए समाज दे नाल अपने ज्ञान नूं किवें बदलना, क्योंकि जिहड़ा टाइम वो लगातार चेंज हो रहा, जिहड़े समाजिक मुद्दे वो भी चेंज हो रहे आ, लोकतंत्रात्मक मुद्दे भी चेंज हो रहे आ। तां बदलते हुए मुद्दिਆਂ ਦੇ ਨਾਲ ਜਿਹੜਾ ਤੁਸੀਂ ਗਿਆਨ ਲੈ ਰਹੇ ਹੋ ਉਹਦੇ 'ਤੇ ਕੁਐਸਚਨ ਕਰਨਾ, ਉਹਨੂੰ ਕ੍ਰਿਟੀਕਲੀ ਸੋਚਣਾ ਕਿ ਅਸੀਂ ਜਿਹੜਾ ਗਿਆਨ ਲੈ ਰਹੇ ਹਾਂ ਉਹ ਜਿਹੜੇ ਅੱਜ ਦਾ ਸਾਡਾ ਲਾਈਫ ਦੀਆਂ ਸਿਚੁਏਸ਼ਨਸ ਆ ਉਹਦੇ ਨਾਲ ਮੈਚ ਕਰ ਰਿਹਾ ਕਿ ਨਹੀਂ। ਉਹਨੇ ਉਹਦੀ ਡੂੰਘਾਈ ਨੂੰ ਸਮਝਣਾ, ਗਿਆਨ ਦੀ ਡੂੰਘਾਈ ਨੂੰ ਸਮਝਣਾ। ਤਾਂ ਇਹ ਜਿਹੜਾ ਹੈਗਾ ਕ੍ਰਿਟੀਕਲ ਪੈਡਾਗੋਗੀ ਇਹ ਸਿਖਾਉਂਦੀ ਆ ਬੱਚਿਆਂ ਨੂੰ ਕਿ ਤੁਸੀਂ ਬਦਲਦੇ ਹੋਏ ਸਮਾਜ ਦੇ ਨਾਲ ਆਪਣੇ ਗਿਆਨ ਨੂੰ ਕਿਵੇਂ ਜੋੜਨਾ। ਫੋਰਥ ਆ, ਪੌਲ ਫੈਰੇ ਦੇ ਅਨੁਸਾਰ ਜੋ ਗਿਆਨ ਅਸੀਂ ਕਲਾਸਰੂਮ ਦੇ ਵਿੱਚ ਦੇ ਰਹੇ ਹਾਂ ਉਹ ਸਿਰਫ ਕਲਾਸਰੂਮ ਦੇ ਵਿੱਚ ਜਿਹੜੇ ਬੱਚੇ ਬੈਠੇ ਆ ਉਹਨਾਂ ਦੀ ਲਾਈਫ ਨੂੰ ਹੀ ਵਧੀਆ ਨਾ ਬਣਾਏ, ਸਗੋਂ ਸੰਸਾਰ ਦੀ ਉੱਨਤੀ ਨੂੰ ਵੀ ਵਧੀਆ ਬਣਾਏ, ਸੰਸਾਰ ਦੀ ਉੱਨਤੀ ਵੀ ਉਹਦੇ ਨਾਲ ਹੋਵੇ। ਤਾਂ ਕਹਿਣ ਦਾ ਮਤਲਬ ਹੈ ਜਿਹੜਾ ਪੌਲ ਫੈਰੇ ਆ ਉਹ ਟੀਚਿੰਗ ਲਰਨਿੰਗ ਨੂੰ ਇੱਕ ਵਿਅਕਤੀਗਤ ਤੌਰ 'ਤੇ ਨਹੀਂ ਸੋਚਦਾ ਸੀ। ਉਹ ਇਹ ਸੋਚਦਾ ਸੀ ਜਿਹੜੀ ਟੀਚਿੰਗ ਲਰਨਿੰਗ ਹੈਗੀ ਆ ਉਹ ਸਮਾਜ ਦੇ ਨਾਲ ਜੁੜੀ ਹੋਈ ਆ, ਲੋਕਤੰਤਰ ਦੇ ਨਾਲ ਜੁੜੀ ਹੋਈ ਆ। ਫਿਫਥ ਪੁਆਇੰਟ ਆ, ਜਿਹੜਾ ਸੀਗਾ ਪੌਲ ਫੈਰੇ ਦਾ ਇੱਕ ਏਮ ਸੀਗਾ, ਉਹਨਾਂ ਨੇ ਸੋਚਿਆ ਸੀ ਕਿ ਹਰ ਵਿਅਕਤੀ ਅੰਦਰ ਜਿਹੜੀ ਆਲੋਚਨਾਤਮਕ ਸ਼ਕਤੀ ਦਾ ਵਿਕਾਸ ਕਰਨਾ, ਜਿਹਦੇ ਨਾਲ ਉਹ ਮੁਕਤ ਹੋ ਕੇ ਸੋਚ ਸਕਣ, ਤਾਂ ਕਿ ਜਿਹੜਾ ਲੋਕਤੰਤਰ ਮੁੱਦੇ ਆ ਉਹਨਾਂ 'ਤੇ ਕ੍ਰਿਟੀਕਲੀ ਸੋਚ ਸਕਣ। ਕ੍ਰਿਟੀਕਲੀ ਹੁੰਦਾ ਆਲੋਚਨਾ ਕਰਨਾ, ਕੁਐਸਚਨ ਕਰਨਾ। ਜਿਵੇਂ ਕੋਈ ਕਲਾਸਰੂਮ ਦੇ ਵਿੱਚ ਟੀਚਰ ਪੜ੍ਹਾ ਰਿਹਾ, ਉਹਦੇ ਪੜ੍ਹੇ ਹੋਏ ਤੇ ਵਿੱਚੋਂ ਕੁਐਸਚਨ ਕਰਨਾ, ਉਹਨੂੰ ਸੋਚਣਾ, ਸਾਰੀ ਉਹਦੀ ਪ੍ਰੋਬਲਮ ਨੂੰ ਕ੍ਰਿਟੀਕਲ ਰੂਟ ਸੋਚਣੇ, ਕ੍ਰਿਟੀਕਲੀ ਰੂਟ ਤੋਂ ਸੋਚਣਾ। ਫਿਰ ਕੀ ਆ, ਤੁਸੀਂ ਕ੍ਰਿਟੀਕਲੀ ਸੋਚਣਾ ਜਿਹੜੇ ਮੁੱਦੇ ਆ, ਜਿਵੇਂ ਵਿਅਕਤੀ ਅੰਦਰ ਆਲੋਚਨਾਤਮਕ ਸ਼ਕਤੀ ਦਾ ਵਿਕਾਸ ਕਰਨਾ, ਜਿਹਦੇ ਨਾਲ ਕੀ ਹੋਏਗਾ ਉਹ ਦਿੱਤੇ ਹੋਏ ਗਿਆਨ ਨੂੰ ਹਰ ਵਿਸ਼ੇ ਤੋਂ ਸੋਚੇਗਾ, ਡਿਫਰੈਂਟ ਜਿਹੜੇ ਗਿਆਨ ਦੇ ਸੋਮੇ ਆ ਉਹਨਾਂ ਤੋਂ ਸੋਚੇਗਾ, ਉਹਨੂੰ ਪੜ੍ਹੇਗਾ, ਸੋਚੇਗਾ, ਫਿਰ ਆਪਣੀ ਜਿਹੜੀ ਹੋਏਗੀ ਆਪਣੇ ਜਿਹੜੇ ਵਿਚਾਰ ਆ ਉਹ ਬਣਾਏਗਾ। ਉਹਨੂੰ ਆਪਾਂ ਬੋਲਦੇ ਹਾਂ ਕ੍ਰਿਟੀਕਲ ਪੈਡਾਗੋਗੀ। ਕ੍ਰਿਟੀਕਲ ਪੈਡਾਗੋਗੀ। ਨੈਕਸਟ ਪੁਆਇੰਟ ਆ 6 ਪੁਆਇੰਟ, ਆਲੋਚਨਾਤਮਕ ਅਧਿਆਪਕ ਜਿਹੜਾ ਹੋਏਗਾ ਇੱਕ ਅਧਿਆਪਕ ਦੇ ਸਕਿੱਲਸ ਉੱਪਰ ਵੀ ਫੋਕਸ ਕਰਦਾ। ਜਿਹੜਾ ਅਧਿਆਪਕ ਹੋਇਆ ਆਪਣੀਆਂ ਮਾਨਤਾਵਾਂ ਹੋਣਗੀਆਂ, ਆਪਦੇ ਐਕਸਪੀਰੀਅੰਸ ਹੋਣਗੇ, ਮੁੱਲ ਹੋਣਗੇ, ਵੈਲਿਊਜ਼ ਹੋਣਗੀਆਂ, ਉਹਨਾਂ ਨੂੰ ਸਾਈਡ 'ਤੇ ਰੱਖੇਗਾ। ਅਤੇ ਅਧਿਆਪਕ ਬੱਚਿਆਂ ਦੀਆਂ ਜਿਹੜੀਆਂ ਆਰਥਿਕ, ਲੋਕਤੰਤਰੀ ਜਾਂ ਸਮਾਜਿਕ ਸਮੱਸਿਆਵਾਂ ਉਹਦੇ ਨਾਲ ਜੁੜੇਗਾ। 7th ਪੁਆਇੰਟ ਆ, ਇਹ ਜਿਹੜੀ ਆਲੋਚਨਾਤਮਕ ਸਿੱਖਿਆ ਹੈਗੀ ਆ ਇਹ ਬੱਚਿਆਂ ਨੂੰ ਪ੍ਰਸ਼ਨ ਕਰਨਾ ਸਿਖਾਉਂਦੀ ਹੈ ਅਤੇ ਆਪਣੇ ਵਿਚਾਰਾਂ ਨੂੰ ਆਜ਼ਾਦੀ ਨਾਲ ਪੇਸ਼ ਕਰਨ ਦਾ ਮੌਕਾ ਦਿੰਦੀ ਹੈ। ਹੁਣ ਆਪਾਂ ਕਰਾਂਗੇ ਇੱਕ ਡਾਇਗਰਾਮ ਦੇ ਥਰੂ ਸਾਰੀ ਪ੍ਰੋਸੈਸ ਨੂੰ ਸਮਝਾਂਗੇ। ਫਸਟ ਆ, ਕੋਈ ਵੀ ਇਨਫੋਰਮੇਸ਼ਨ ਆ ਜਾਂ ਸੂਚਨਾ ਹੈਗੀ ਆ ਉਹ ਪਹਿਲਾਂ ਡੋਮੀਨੇਟ ਪਾਵਰ ਕੋਲ ਜਾਂਦੀ ਆ, ਫਿਰ ਪਬਲਿਕ ਕੋਲ ਜਾਂਦੀ ਆ ਅਤੇ ਫਿਰ ਇੰਡੀਵਿਜੂਅਲ ਕੋਲ ਆਉਂਦੀ ਆ। ਹੁਣ ਇੱਥੇ ਇੰਡੀਵਿਜੂਅਲ ਦੇ ਵਿੱਚ ਕ੍ਰਿਟੀਕਲ ਥਿੰਕਿੰਗ ਹੋਏਗੀ ਤਾਂ ਉਹ ਕੀ ਕਰੇਗਾ, ਜਿਹੜੀ ਵੀ ਇਨਫੋਰਮੇਸ਼ਨ ਆ ਉਹਨੂੰ ਪਹਿਲਾਂ ਸੋਚੇਗਾ, ਬੋਲੇਗਾ, ਰੀਡ ਕਰੇਗਾ, ਫਿਰ ਉਹਦੀਆਂ ਜਿਹੜੀਆਂ ਰੂਟ ਕੌਜ਼ ਆ, ਸਮੱਸਿਆ ਪੈਦਾ ਕਿਉਂ ਹੋਈ ਹੈ ਜਾਂ ਇਨਫੋਰਮੇਸ਼ਨ ਦੀ ਕੀ ਜਿਹੜੀਆਂ ਉਹਦੀਆਂ ਕਾਰਨ ਆ ਉਹ ਲੱਭੇਗਾ। ਫਿਰ ਉਹਨਾਂ ਨੂੰ ਜਿਹੜੇ ਅਲੱਗ-ਅਲੱਗ ਸੋਮੇ ਆ ਗਿਆਨ ਦੇ ਉਹਨਾਂ ਤੋਂ ਕੀ ਆ ਉਹਨੂੰ ਵੈਰੀਫਾਈ ਕਰੇਗਾ, ਚੈੱਕ ਕਰੇਗਾ, ਫਿਰ ਉਹਦੇ ਬਾਰੇ ਡੀਪ ਥਿੰਕਿੰਗ ਕਰੇਗਾ, ਫਿਰ ਆਪਦੀ ਇੱਕ ਵਿਚਾਰ ਜਿਹੜੇ ਉਹ ਪੇਸ਼ ਕਰੇਗਾ। ਉਹਨੂੰ ਆਪਾਂ ਬੋਲਾਂਗੇ ਕ੍ਰਿਟੀਕਲ ਪੈਡਾਗੋਗੀ। ਆਲੋਚਨਾਤਮਕ ਅਧਿਆਪਨ ਵਿੱਚ ਇੱਕ ਅਧਿਆਪਕ ਦਾ ਰੋਲ ਆਫ ਟੀਚਰ ਇਨ ਕ੍ਰਿਟੀਕਲ ਪੈਡਾਗੋਗੀ। ਜਿਵੇਂ ਕਿ ਆਪਾਂ ਪਹਿਲਾਂ ਕ੍ਰਿਟੀਕਲ ਪੈਡਾਗੋਗੀ ਦਾ ਮੀਨਿੰਗ ਆਪਾਂ ਸਮਝਿਆ, ਇਨ ਸ਼ੋਰਟ ਆਪਾਂ ਕਨਕਲੂਡ ਕਰੀਏ ਜੇ ਤਾਂ ਕ੍ਰਿਟੀਕਲ
ਪੈਡਾਗੋਗੀ ਉਹ ਅਧਿਆਪਨ ਆ ਜਿਹਦੇ ਵਿੱਚ ਬੱਚਿਆਂ ਦੀ ਸੋਚਣ ਸ਼ਕਤੀ ਜਾਂ ਆਲੋਚਨਾਤਮਕ ਸ਼ਕਤੀ ਦਾ ਵਿਕਾਸ ਕੀਤਾ ਜਾਂਦਾ ਹੈ, ਜਿਸ ਦੇ ਨਾਲ ਉਹ ਇਹ ਸਮਝਣ ਕਿ ਜਿਹੜੀ ਵੀ ਅਸੀਂ ਸਿੱਖਿਆ ਪ੍ਰਾਪਤ ਕਰ ਰਹੇ ਹਾਂ ਉਹ ਸਾਡੇ ਸਮਾਜ ਅਤੇ ਆਰਥਿਕ ਅਤੇ ਲੋਕਤੰਤਰੀ ਮੁੱਲਾਂ ਦੇ ਨਾਲ ਜੁੜੀ ਹੋਈ ਹੈ ਅਤੇ ਉਹ ਆਪਣੇ ਵਿਚਾਰ ਖੁੱਲ੍ਹ ਕੇ ਪੇਸ਼ ਕਰ ਸਕਣ ਅਤੇ ਉਹਨਾਂ ਨੂੰ ਹਰ ਤੌਰ 'ਤੇ ਸੋਚਣ ਦੀ ਸੁਤੰਤਰ ਆਜ਼ਾਦੀ ਹੋਵੇ। ਤਾਂ ਆਪਾਂ ਇਹਦੇ ਵਿੱਚ ਦੇਖਾਂਗੇ ਫਸਟ ਪੁਆਇੰਟ ਆ ਵਿਖਿਆਨ ਜਾਂ ਡਿਸਕੋਰਸ। ਇਹਦੇ ਵਿੱਚ ਜਿਹੜਾ ਅਧਿਆਪਕ ਹੋਏਗਾ ਉਹ ਬੱਚਿਆਂ ਦੇ ਸਾਹਮਣੇ ਅਜਿਹੀ ਸਮੱਸਿਆ ਨੂੰ ਪੇਸ਼ ਕਰੇਗਾ ਜਿਸ ਦੇ ਨਾਲ ਬੱਚੇ ਉਸ ਸਮੱਸਿਆ ਬਾਰੇ ਸੋਚਣ, ਮਿਲ ਕੇ ਵਿਚਾਰ ਵਟਾਂਦਰਾ ਕਰਨ, ਮੁਸ਼ਕਿਲ ਨੂੰ ਹਰ ਪੱਖ ਤੋਂ ਸਮਝਣ ਅਤੇ ਅਲੱਗ-ਅਲੱਗ ਗਿਆਨ ਦੇ ਸੋਮਿਆਂ ਤੋਂ ਮੁਸ਼ਕਿਲ ਬਾਰੇ ਗਿਆਨ ਪ੍ਰਾਪਤ ਕਰਨ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਟੀਚਰ ਕੀ ਕਰੇਗਾ, ਬੱਚਿਆਂ ਨੂੰ ਸੋਚਣ ਦੇ ਲਈ ਤਿਆਰ ਕਰੇਗਾ, ਬੱਚਿਆਂ ਨੂੰ ਸੋਚਣ ਲਈ ਜ਼ਰੂਰਤ ਮਹਿਸੂਸ ਕਰੇਗਾ, ਬੱਚਿਆਂ ਨੂੰ ਆਲੋਚਨਾਤਮਕ ਤੌਰ 'ਤੇ ਸੋਚਣ ਦੀ ਜ਼ਰੂਰਤ ਮਹਿਸੂਸ ਕਰੇਗਾ। ਉਹਨਾਂ ਨੂੰ ਬੱਚਿਆਂ ਨੂੰ ਫੀਲ ਹੋਏਗਾ ਕਿ ਸਾਨੂੰ ਇਹ ਸੋਚਣਾ ਚਾਹੀਦਾ। ਮਤਲਬ ਅਧਿਆਪਕ ਨੇ ਬੱਚਿਆਂ ਦੇ ਸਾਹਮਣੇ ਇੱਕ ਸਮੱਸਿਆ ਨੂੰ ਅਜਿਹੇ ਤਰੀਕੇ ਨਾਲ ਪੇਸ਼ ਕਰਨਾ ਜਿਸ ਦੇ ਨਾਲ ਬੱਚੇ ਉਸ ਸਮੱਸਿਆ ਬਾਰੇ ਆਲੋਚਨਾਤਮਕ ਤੌਰ 'ਤੇ ਸੋਚਣ ਲਈ ਤਿਆਰ ਹੋਣ। ਸੈਕਿੰਡ ਪੁਆਇੰਟ ਆ ਗਾਈਡੈਂਸ ਜਾਂ ਸੇਧ। ਇਸ ਵਿੱਚ ਅਧਿਆਪਕ ਅਜਿਹੀਆਂ ਘਟਨਾਵਾਂ ਦੀ ਵਰਤੋਂ ਕਰੇਗਾ ਜੋ ਉਸ ਸਮੱਸਿਆ ਦੇ ਨਾਲ ਸੰਬੰਧਿਤ ਹੋਣਗੀਆਂ ਅਤੇ ਬੱਚਿਆਂ ਨੂੰ ਉਸ ਸਮੱਸਿਆ ਬਾਰੇ ਪੂਰੀ ਜਾਣਕਾਰੀ ਪ੍ਰਦਾਨ ਕਰਨਗੀਆਂ। ਮਤਲਬ ਇਸ ਵਿੱਚ ਅਧਿਆਪਕ ਬੱਚਿਆਂ ਦੀ ਸਹਾਇਤਾ ਕਰੇਗਾ ਜਿਸ ਦੇ ਨਾਲ ਬੱਚੇ ਉਸ ਸਮੱਸਿਆ ਜਾਂ ਸੰਕਲਪ ਨੂੰ ਪੂਰੀ ਤਰ੍ਹਾਂ ਸਮਝਣ। ਥਰਡ ਆ ਵਿਕਸਿਤ ਕਰਨਾ, ਪੇਸ਼ ਕਰਨਾ ਜਾਂ ਪੈਦਾ ਕਰਨਾ। ਇਸ ਪੜਾਅ ਵਿੱਚ ਜਿਹੜਾ ਆਲੋਚਨਾਤਮਕ ਅਧਿਆਪਨ ਦਾ ਇਹ ਮੁੱਖ ਪੜਾਅ, ਇਸ ਵਿੱਚ ਅਧਿਆਪਕ ਬੱਚਿਆਂ ਨੂੰ ਪੇਸ਼ ਕੀਤੀ ਸਥਿਤੀ ਬਾਰੇ ਸਾਰੇ ਪੱਖਾਂ ਨੂੰ ਸਮਝਣ ਅਤੇ ਉਹਨਾਂ ਨਾਲ ਸੰਬੰਧਿਤ ਵਿਚਾਰ ਪੈਦਾ ਕਰਨ, ਵਿਕਸਿਤ ਕਰਨ ਅਤੇ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਇਸ ਪੜਾਅ ਵਿੱਚ ਬੱਚੇ ਆਪਣੇ ਮਨ ਜਾਂ ਗਿਆਨ ਦੇ ਅਨੁਸਾਰ ਆਪੋ ਆਪਣੇ ਵਿਚਾਰ ਪੇਸ਼ ਕਰਦੇ ਹਨ। ਇਸ ਪੜਾਅ ਵਿੱਚ ਵਿਦਿਆਰਥੀ ਆਪਣੇ ਅਧਿਆਪਕ ਦੁਆਰਾ ਮਦਦ ਜਾਂ ਹੋਰ ਵਸਤੂਆਂ ਦੀ ਵਰਤੋਂ ਨਾ ਮਾਤਰ ਹੀ ਪ੍ਰਾਪਤ ਕਰਦੇ ਹਨ ਅਤੇ ਆਪਣੇ ਤੌਰ 'ਤੇ ਹੱਲ ਪੇਸ਼ ਕਰਦੇ ਹਨ। ਇਸ ਸਥਿਤੀ ਵਿੱਚ ਉਹਨਾਂ ਦੇ ਸਹੀ ਜਾਂ ਗਲਤ ਹੋਣ ਦਾ ਸਵਾਗਤ ਕੀਤਾ ਜਾਂਦਾ ਹੈ। ਮਤਲਬ ਕੀ ਆ ਕਿ ਇਸ ਦੇ ਵਿੱਚ ਜਿਹੜਾ ਅਧਿਆਪਕ ਹੋਏਗਾ ਬੱਚਿਆਂ ਨੂੰ ਮੌਕੇ ਪ੍ਰਦਾਨ ਕਰੇਗਾ, ਜਿਹੜੀ ਵੀ ਉਹਨਾਂ ਨੇ ਸਮੱਸਿਆ ਹੈਗੀ ਆ ਜਾਂ ਆਲੋਚਨਾਤਮਕ ਜਿਹੜਾ ਟੀਚਰ ਨੇ ਇੱਕ ਵਿਆਖਿਆ ਕੀਤੀ ਸੀ ਉਸ ਬਾਰੇ ਪਹਿਲਾਂ ਬੱਚਿਆਂ ਨੂੰ ਫਿਰ ਗਾਈਡੈਂਸ ਦਿੱਤੀ ਸੀ। ਹੁਣ ਬੱਚਿਆਂ ਨੇ ਕੀ ਕਰਨਾ, ਆਪਦੇ ਜਿਹੜੇ ਵਿਚਾਰ ਆ ਉਹ ਪੈਦਾ ਕਰਨੇ ਆ। ਵਿਚਾਰ ਕਿਵੇਂ ਪੈਦਾ ਹੋਣਗੇ, ਜਿਹੜੀ ਵੀ ਸਮੱਸਿਆ ਹੈਗੀ ਆ ਉਹਦੀ ਡੂੰਘਾਈ ਤੱਕ ਜਾਣਾ, ਉਸ ਦੇ ਕਾਰਨ ਲੱਭਣ ਦੀ ਕੋਸ਼ਿਸ਼ ਕਰਨਾ, ਉਸ ਨੂੰ ਅਲੱਗ-ਅਲੱਗ ਗਿਆਨ ਦੇ ਸੋਮਿਆਂ ਤੋਂ ਵਿਸ਼ਲੇਸ਼ਣ ਕਰਨਾ, ਗਿਆਨ ਦੇ ਅਲੱਗ-ਅਲੱਗ ਸੋਮਿਆਂ ਤੋਂ ਵਿਸ਼ਲੇਸ਼ਣ ਕਰਨਾ, ਫਿਰ ਉਸ ਨੂੰ ਆਪਣੇ ਮਨ ਦੇ ਮੁਤਾਬਿਕ ਸੋਚਣਾ ਜਾਂ ਆਪਣੇ ਵਿਚਾਰ ਜਿਹੜੇ ਹੈਗੇ ਆ ਦੂਸਰੇ ਬੱਚਿਆਂ ਅਤੇ ਅਧਿਆਪਕ ਸਾਹਮਣੇ ਪੇਸ਼ ਕਰਨਾ। ਅਤੇ ਇਸ ਨੂੰ ਆਪਾਂ ਬੋਲਾਂਗੇ ਟੂ ਕ੍ਰੀਏਟ। ਇਹਦੀ ਇੱਕ ਉਦਾਹਰਨ ਲੈ ਸਕਦੇ ਹਾਂ। ਇਹਦਾ ਮੇਨ ਜਿਹੜਾ ਹੈਗਾ ਟੂ ਕ੍ਰੀਏਟ ਦਾ ਮੇਨ ਓਬਜੈਕਟਿਵ ਇਹੀ ਹੁੰਦਾ ਕਿ ਬੱਚਿਆਂ ਵਿੱਚ ਆਲੋਚਨਾਤਮਕ ਸ਼ਕਤੀ ਦਾ ਵਿਕਾਸ ਕਰਨਾ। ਜਿਵੇਂ ਇਹਦੇ ਵਿੱਚ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ, ਜਿਵੇਂ ਨੋ ਪਲਾਸਟਿਕ ਇੱਕ ਕੰਪੇਨ ਚਲਾਈ ਗਈ ਸੀ ਜਿਹਦੇ ਵਿੱਚ ਵਿਦਿਆਰਥੀਆਂ ਇੱਕ ਕੰਪੇਨ ਆ, ਮੰਨ ਲਓ ਇਹ ਸਾਰੇ ਸਟੂਡੈਂਟ ਨੂੰ ਪਤਾ ਕਲਾਸ ਵਿੱਚ, ਤਾਂ ਜਿਹੜਾ ਅਧਿਆਪਕ ਹੋਏਗਾ ਉਹ ਬੱਚਿਆਂ ਨੂੰ ਕਹੇਗਾ ਕਿ ਤੁਸੀਂ ਇਸ ਜਿਹੜੀ ਕੰਪੇਨ ਆ ਇਹਦੇ ਬਾਰੇ ਸੋਚੋ। ਤਾਂ ਜਿਹੜੇ ਇੱਕ ਵਿਦਿਆਰਥੀ ਟੀਚਰ ਨੂੰ ਕੁਐਸਚਨ ਕਰਦਾ ਕਿ ਜਿਹੜਾ ਪਲਾਸਟਿਕ ਆ ਉਹ ਬੈਨ ਆ, ਪਰੰਤੂ ਫਿਰ ਵੀ ਜਿਹੜੀਆਂ ਪਲਾਸਟਿਕ ਬੋਟਲਸ ਮਿਲਦੀਆਂ ਤਾਂ ਇਹ ਕਿਉਂ ਮਿਲਦੀਆਂ। ਤਾਂ ਇਹ ਕੀ ਆ, ਇੱਥੇ ਬੱਚੇ ਨੇ ਕੀ ਆ, ਆਪਣੇ ਆਲੋਚਨਾਤਮਕ ਸੋਚਣ ਦੀ ਉਦਾਹਰਨ ਪੇਸ਼ ਕੀਤੀ ਆ ਕਿ ਉਹ ਆਲੋਚਨਾਤਮਕ ਤੌਰ 'ਤੇ ਸੋਚ ਰਿਹਾ। ਤਾਂ ਇਹ ਕੀ ਹੈ, ਸਾਰਾ ਆਲੋਚਨਾਤਮਕ ਸ਼ਕਤੀ ਦਾ ਵਿਕਾਸ ਹੋਣਾ ਬੱਚਿਆਂ ਵਿੱਚ। ਨੈਕਸਟ ਪੁਆਇੰਟ ਆ ਪ੍ਰੇਰਿਤ ਕਰਨਾ। ਇਸ ਵਿੱਚ ਬੱਚਿਆਂ ਨੂੰ ਆਪਣੇ ਵਿਚਾਰ ਖੁੱਲ੍ਹ ਕੇ ਪੇਸ਼ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ, ਉਹਨਾਂ ਨੂੰ ਮੋਟੀਵੇਟ ਕੀਤਾ ਜਾਂਦਾ। ਫਿਫਥ ਪੁਆਇੰਟ ਆ ਮੁਲਾਂਕਣ ਕਰਨਾ। ਇਸ ਪੜਾਅ ਵਿੱਚ ਜਿਹੜਾ ਅਧਿਆਪਕ ਹੋਏਗਾ ਹਰੇਕ ਵਿਦਿਆਰਥੀ ਦੁਆਰਾ ਪੇਸ਼ ਕੀਤੇ ਗਏ ਵਿਚਾਰਾਂ 'ਤੇ ਮੁਲਾਂਕਣ ਕਰੇਗਾ ਅਤੇ ਉਸ ਦੁਆਰਾ ਪੇਸ਼ ਕੀਤੇ ਗਏ ਵਿਚਾਰ ਨੂੰ ਸਹੀ ਜਾਂ ਗਲਤ ਅਤੇ ਤਰਕ ਦੇ ਆਧਾਰ 'ਤੇ ਕੀ ਆ ਮੁਲਾਂਕਣ ਕਰੇਗਾ। ਮਤਲਬ ਜਿਹੜੇ ਬੱਚੇ ਨੇ ਵਿਚਾਰ ਪੇਸ਼ ਕਰਨੇ ਆ, ਟੀਚਰ ਉਹ ਦੇਖੇਗਾ ਕਿ ਉਹ ਵਿਚਾਰ ਸਹੀ ਆ ਜਾਂ ਗਲਤ ਆ, ਤਾਂ ਇਹਨੂੰ ਆਪਾਂ ਕਹਾਂਗੇ ਮੁਲਾਂਕਣ ਕਰਨਾ। ਤਾਂ ਇਹ ਸਾਰੇ ਆਪਾਂ ਡਿਸਕਸ ਕੀਤੇ ਅੱਜ ਰੋਲ ਆਫ ਟੀਚਰ ਇਨ ਕ੍ਰਿਟੀਕਲ ਪੈਡਾਗੋਗੀ। ਫਸਟ ਪੁਆਇੰਟ ਸੀ ਡਿਸਕੋਰਸ। ਡਿਸਕੋਰਸ ਦੇ ਵਿੱਚ ਟੀਚਰ ਸਮੱਸਿਆ ਜਿਹੜੀ ਹੋਏਗੀ ਬੱਚਿਆਂ ਸਾਹਮਣੇ ਰੱਖੇਗਾ।
ਦੂਜੇ ਦੇ ਵਿੱਚ ਉਹਨੂੰ ਸੇਧ ਪ੍ਰਦਾਨ ਕਰੇਗਾ ਤਾਂ ਕਿ ਉਹ ਸੰਕਲਪ ਬਾਰੇ ਸਮਝ ਸਕੇ। ਥਰਡ ਪੁਆਇੰਟ ਦੇ ਵਿੱਚ ਵਿਕਸਿਤ ਕਰਨਾ, ਜਿਹੜਾ ਬੱਚਾ ਹੋਏਗਾ ਆਪਣੇ ਵਿਚਾਰ ਜਿਹੜੇ ਆ ਉਹ ਦੂਜਿਆਂ ਸਾਹਮਣੇ ਵਿਕਸਿਤ ਕਰੇਗਾ ਅਤੇ ਪੇਸ਼ ਕਰੇਗਾ। ਫੋਰਥ ਪੁਆਇੰਟ ਦੇ ਵਿੱਚ ਜਿਹੜਾ ਟੀਚਰ ਹੋਏਗਾ ਬੱਚਿਆਂ ਨੂੰ ਆਪਣੇ ਵਿਚਾਰ, ਕਈ ਬੱਚੇ ਹੁੰਦੇ ਜਿਹੜੇ ਆਪਣੇ ਵਿਚਾਰ ਨਹੀਂ ਪੇਸ਼ ਕਰਦੇ, ਬੋਲ ਕੇ ਨਹੀਂ ਪੇਸ਼ ਕਰ ਸਕਦੇ, ਤਾਂ ਉਹਨਾਂ ਨੂੰ ਪ੍ਰੇਰਿਤ ਕਰੇਗਾ ਕਿ ਉਹ ਵੀ ਆਪਣੇ ਵਿਚਾਰ ਜਿਹੜੇ ਹੈਗੇ ਉਹ ਪੇਸ਼ ਕਰਨ। ਫਿਫਥ ਪੁਆਇੰਟ ਹੋਏਗਾ ਮੁਲਾਂਕਣ ਕਰਨਾ, ਤਾਂ ਜਿਹੜਾ ਟੀਚਰ ਹੋਏਗਾ ਬੱਚਿਆਂ ਦੁਆਰਾ ਪੇਸ਼ ਕੀਤੇ ਗਏ ਵਿਚਾਰ ਹੈ ਜਿਹੜੇ ਉਹਨਾਂ ਦਾ ਸਹੀ ਅਤੇ ਗਲਤ ਦੇ ਆਧਾਰ 'ਤੇ ਉਹਨਾਂ ਦਾ ਮੁਲਾਂਕਣ ਕਰੇਗਾ। ਤਾਂ ਇਹ ਜਿਹੜਾ ਕੁਐਸਚਨ ਆ ਉਹ ਬਹੁਤ ਇੰਪੋਰਟੈਂਟ ਕੁਐਸਚਨ ਆ, ਤਾਂ ਤੁਸੀਂ ਪਲੀਜ਼ ਇਹਨੂੰ ਕੇਅਰਫੁੱਲੀ ਲਿਸਨ ਕਰਨਾ। ਥੈਂਕ ਯੂ।